सत श्री अकाल। मैं रीना धीमान ते गल करांगे सरबत खालसा दे मुद्दे नूं लैके लगातार सरबत खालसा सदन दी गल कही जा रही, जिस तो बाद यह मुद्दा गरमाउंदा जा रहा, जिथे श्री अकाल तख्त साहिब दे जथेदार नूं सरबत खालसा सदन की गल भाई अमृतपाल सिंह दे वल्लों कही गई सी। उस तो बाद लगातार इस ते बयानबाजी दा सिलसिला जारी है, जिस तो बाद हुण ईमान सिंह मान दे वल्लों भी इस दे उत्ते अपना ਜਿਹੜਾ ਬਿਆਨ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਸਦਨਾ ਅਤੀ ਜ਼ਰੂਰੀ ਹੈ। ਦੀ ਚਰਚਾ ਉੱਠੀ ਹੋਈ ਹੈ। ਇਹ ਬਹੁਤ ਜ਼ਰੂਰੀ ਫੈਸਲਾ ਆਪਣੇ ਕੌਮ ਨੇ ਲੈਣਾ ਹੈ ਔਰ ਮੈਂ ਵੀ ਚਾਹੁੰਦਾ ਹਾਂ ਕਿ ਸਰਬੱਤ ਖਾਲਸਾ ਹੋਏ, ਪਰ ਸਰਬੱਤ ਖਾਲਸਾ ਬਿਨਾ ਆਪਣੇ ਮਤੇ ਪਾਏ ਆਪਣੇ ਮੁੱਦੇ ਰੱਖੇ ਮੇਰਾ ਖਿਆਲ ਖੁੱਲਾ ਸਰਬੱਤ ਖਾਲਸਾ ਆਪਾਂ ਨੂੰ ਨਹੀਂ ਰੱਖਣਾ ਚਾਹੀਦਾ। ਜਿਹੜੀਆਂ ਚੀਜ਼ਾਂ ਮੇਰੇ ਦਿਮਾਗ 'ਚ ਹੈਗੀਆਂ ਤੇ ਹੋਰ ਸੱਜਣ ਆਪਣੇ ਦੱਸਣ, ਉਹ ਇਹ ਹੈ ਕਿ ਸਿੱਖਾਂ ਦੇ ਜਿਹੜੇ ਮਸਲੇ ਆ ਅੜੇ ਹੋਏ ਉਹਨਾਂ ਦੇ ਉੱਤੇ ਵਿਚਾਰ ਕਰੀਏ। ਜਿੱਥੇ ਸਾਨੂੰ 328 ਸਰੂਪਾਂ ਦੀ ਇਨਸਾਫ ਦੀ ਗੱਲ, ਉਹਨਾਂ ਦਾ ਵੇਰਵਾ, ਉਹਨਾਂ ਦਾ ਪਤਾ ਰੱਖਣਾ, ਉਹਨਾਂ ਦੇ ਜਿਹੜੀ ਸਾਜ਼ਿਸ਼ ਨਾਲ ਲਿੱਤੇ ਗਏ ਆ ਉਹਨੂੰ ਖੁਲਾਮਾ ਕਰਨਾ, ਉਹਦੇ ਉੱਤੇ ਕਾਰਜਕਾਰੀ ਕਰਨੀ, ਜਿਹਦੇ ਵਿੱਚ ਸਿੱਧਾ ਹੱਥ ਸਤਿੰਦਰਪਾਲ ਸਿੰਘ ਕੋਹਲੀ ਸੁਖਬੀਰ ਬਾਦਲ ਦਾ ਸੀਏ ਦਾ ਹੈਗਾ ਤੇ ਇਸ ਕਰਕੇ ਸੁਖਬੀਰ ਬਾਦਲ ਦਾ ਹੈ, ਉਹਦੇ ਬਾਰੇ ਵੀ ਆਪਾਂ ਨੂੰ ਕੋਈ ਨਾ ਕੋਈ ਫੈਸਲਾ ਉਸ ਸਰਬੱਤ ਖਾਲਸੇ 'ਚ ਲੈਣਾ ਚਾਹੀਦਾ। ਇਸ ਤੋਂ ਇਲਾਵਾ ਬਰਗਾੜੀ ਦੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਉਹਨਾਂ ਦੇ ਅੰਗ ਪਾੜੇ ਸਾੜੇ ਗਏ ਆ, ਉਹਦੀ ਵੀ ਗੱਲ ਕਰਨੀ ਚਾਹੀਦੀ ਹੈ। ਔਰ ਜਿਹੜੇ ਸਾਡੇ ਸਿੱਖਾਂ ਦੇ ਕਤਲੇਆਮ ਹੋ ਰਿਹਾ ਸ਼ੁਰੂ ਤੋਂ, ਜਿਹਦੇ ਵਿੱਚ ਖਾਲੜਾ ਸਾਹਿਬ ਦਾ ਕੇਸ ਆਉਂਦਾ ਹੈਗਾ, ਹੋਰ ਅਣਪਛਾਤੀ ਲਾਸ਼ਾਂ ਦਾ ਆਉਂਦਾ ਹੈਗਾ, ਔਰ ਜਿਸ ਰਵੱਈਏ ਨੇ ਭਾਰਤ ਦੇਸ਼ ਨੇ ਸਾਡਾ ਸ਼ਿਕਾਰ ਖੇਡਿਆ ਉਹਦਾ ਵੀ ਵੇਰਾ ਆਉਣਾ ਚਾਹੀਦਾ ਹੈਗਾ। ਇਸੇ ਤਰ੍ਹਾਂ ਜਿਹੜੇ 2 ਸਿੰਘ ਉਦਣ ਸ਼ਹੀਦ ਹੋਏ ਸੀਗੇ ਉਹਨਾਂ ਦਾ ਵੀ ਆਪਾਂ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਂ ਸਮਝਦਾ ਇੱਕ ਬਹੁਤ ਵੱਡਾ ਸਾਡੇ ਉੱਤੇ ਜਿਹੜਾ ਅਸਰ ਪਿਆ ਉਹ ਇਹ ਹੈ ਕਿ ਭਾਰਤ ਨੇ ਸਾਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਮਹੂਰੀਅਤ ਹੈ ਉਹ ਜਮਾਂ ਹੀ ਖਤਮ ਕਰਤੀ ਹੈਗੀ ਹੈ। ਉਹਦੀ ਜਿਹੜੀ ਜਮਹੂਰੀਅਤ ਭੰਗ ਕੀਤੀ ਹੈ, ਮੈਂ ਸਮਝਦਾ ਬਹੁਤ ਥਾਵਾਂ ਤੇ ਉਹਦਾ ਜਿਹੜਾ ਅਸਰ ਪਿਆ ਹੈਗਾ, ਉਹਦਾ ਸਾਨੂੰ ਸਭ ਤੋਂ ਜ਼ਿਆਦਾ ਫਰਕ ਪੈ ਰਿਹਾ ਹੈਗਾ। ਇਹ ਜਿਹੜੇ ਸਾਡੇ SGPC ਦੇ ਚੋਣ ਨਹੀਂ ਹੋਏ ਤੇ ਸਾਡਾ ਕੌਮ ਦਾ ਮਤਦਾਨ ਹੋ ਕੇ ਕੋਈ ਫੈਸਲੇ ਨਹੀਂ ਦਿੱਤੇ ਜਾ ਰਹੇ, ਉਹ ਸਭ ਤੋਂ ਵੱਡਾ ਸਾਡਾ ਨੁਕਸਾਨ ਹੋ ਰਿਹਾ। ਹੁਣ 12 ਸਾਲ ਹੋ ਗਏ ਔਰ ਉਹ ਚੋਣ ਨਹੀਂ ਰੱਖੇ ਗਏ। ਸੋ ਸਰਬੱਤ ਖਾਲਸੇ 'ਚ ਆਪਣੀ ਜਮਹੂਰੀਅਤ ਮੁੜ ਬਹਾਲ ਕਰਨ ਦੀ ਵੀ ਲੋੜ ਹੈ। ਕੱਲੀ ਮੁੜ ਬਹਾਲ ਕਰਨ ਦੀ ਗੱਲ ਨਹੀਂ ਲੋੜ ਹੈ, ਇਹਦੇ ਵਿੱਚ ਜਿਹੜੇ ਭਾਰਤ ਦੇਸ਼ ਨੇ ਸਾਡਾ ਸੰਵਿਧਾਨ ਤੋਂ ਬਾਹਰ ਹੋ ਕੇ ਚੋਣ ਨਾ ਕਰਾਉਣ ਦਾ ਹੋਮ ਮਿਨਿਸਟਰੀ ਨੇ, ਪੰਜਾਬ ਸਰਕਾਰ ਨੇ, ਇਹਨਾਂ ਨੇ ਫੈਸਲਾ ਲਿੱਤਾ ਹੈਗਾ, ਇਹਦੇ ਉੱਤੇ ਵੀ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ। ਸਭ ਤੋਂ ਜ਼ਰੂਰੀ ਗੱਲ ਇਸ ਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਇਲੈਕਸ਼ਨ ਚੋਣ ਕਮਿਸ਼ਨ ਹੈ SGPC ਦਾ, ਉਹ ਭਾਰਤ ਦੇ ਹੱਥਾਂ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ, ਕਿਉਂਕਿ ਭਾਰਤ ਨੇ ਸਾਡੀ ਨਸਲਕੁਸ਼ੀ ਕੀਤੀ ਹੈ, ਭਾਰਤ ਨੇ ਸਾਡੇ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕੀਤੇ ਆ, ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤੇ ਆ, ਔਰ ਸਾਡੀ ਬਾਰ-ਬਾਰ ਜਿਹੜੀ ਮਤਦਾਨ ਦਾ ਜਮਹੂਰੀਅਤ ਦਾ ਘਾਣ ਕੀਤਾ ਉਹਨਾਂ ਨੇ। ਅੱਜ ਭਾਰਤ ਦੇ 17 ਵਾਰੀ ਪਾਰਲੀਮੈਂਟ ਬਣ ਗਿਆ। ਜਿਹੜੀ ਸੰਸਥਾ ਉਹਨਾਂ ਤੋਂ ਪਹਿਲਾਂ ਬਣੀ ਸੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਚੋਣ ਸਿਰਫ ਆਜ਼ਾਦੀ ਤੋਂ ਬਾਅਦ 8 ਵਾਰੀ ਹੋਏ ਆ। ਇਹਨਾਂ ਨੇ ਸਿੱਖਾਂ ਨੂੰ ਇਕੱਠੇ ਹੋਣ ਹੀ ਨਹੀਂ ਦਿੱਤਾ ਹੈਗਾ। ਸਾਨੂੰ ਆਪਣਾ ਜਮਹੂਰੀਅਤ ਹੱਕ ਕਿਸੇ ਨਾ ਕਿਸੇ ਤਰ੍ਹਾਂ ਬਚਾਉਣਾ ਚਾਹੀਦਾ। ਇਹ ਆਪਾਂ ਨੇ ਸਰਬੱਤ ਖਾਲਸੇ 'ਚ ਕੋਈ ਫੈਸਲਾ ਲੈਣਾ ਚਾਹੀਦਾ। ਮੇਰੀ ਸਮਝ ਦੇ ਵਿੱਚ ਇਹ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਨੇ ਇਕੱਠੇ ਕਿਵੇਂ ਹੋਣਾ, ਇੱਕ ਮਤ ਕਿਵੇਂ ਹੋਣਾ, ਮਤਦਾਨ ਕਿਵੇਂ ਪਾਉਣਾ ਹੈਗਾ, ਸਾਡੀ ਚੋਣ ਕਮਿਸ਼ਨ ਕਿਹੋ ਜਿਹੀ ਹੋਣੀ ਚਾਹੀਦੀ ਹੈ। ਮੇਰੇ ਹਿਸਾਬ ਨਾਲ ਜਿਹੜੇ ਵੀ ਕੋਈ ਚੋਣ ਕਮਿਸ਼ਨ 'ਚ ਹੋਣ ਉਹ ਸਿੱਧੇ ਸਿੱਖਾਂ ਰਾਹੀਂ ਚੁਣੇ ਜਾਣੇ ਚਾਹੀਦੇ ਆ। ਉਹਨਾਂ ਦੀ ਮਿਨੀਮਮ ਕੁਆਲੀਫਿਕੇਸ਼ਨ, ਜਿਹੜੀਆਂ ਕੁਆਲੀਫਿਕੇਸ਼ਨ ਇੱਕ ਚੋਣ ਅਫਸਰ ਹੋਣ ਦੇ, ਜਿਹੜੀ ਜਿਵੇਂ ਇੰਡੀਆ ਦੀ ਚੋਣ ਕਮਿਸ਼ਨ 'ਚ ਹੈਗਾ ਜਾਂ ਹੋਰ ਚੋਣ ਕਮਿਸ਼ਨ 'ਚ ਹੈਗਾ, ਉਹਦਾ ਕਾਨੂੰਨ ਪਤਾ ਹੋਏ, ਇਹ ਉਹਨਾਂ ਦੀ ਮਿਨੀਮਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਤੇ ਜਿਵੇਂ ਅਮਰੀਕਾ 'ਚ ਜੱਜ ਚੁਣੇ ਜਾਂਦੇ ਆ, ਉਸੇ ਤਰ੍ਹਾਂ ਇਹਨਾਂ ਨੂੰ ਆਪਣੇ ਇਲੈਕਸ਼ਨ ਕਮਿਸ਼ਨ ਤੇ ਚੁਣਿਆ ਜਾਣਾ ਚਾਹੀਦਾ ਹੈਗਾ। ਫਿਰ ਆ ਜਾਂਦੀ ਹੈ ਕਿ ਸਾਡੀ ਜਮਹੂਰੀਅਤ ਕਿਵੇਂ ਹੋਣੀ ਚਾਹੀਦੀ ਹੈ, ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਣਤਰ ਕਿਵੇਂ ਹੋਣੀ ਚਾਹੀਦੀ ਹੈ। ਜਿਹੜਾ ਸਾਡਾ ਇਤਿਹਾਸ ਹੈ, ਉਹਨਾਂ ਨੇ ਸਾਨੂੰ ਇੱਕ ਬਹੁਤ ਵੱਡੀ ਸੰਸਥਾ ਅਕਾਲ ਤਖਤ ਸਾਹਿਬ ਦੀ ਖੜੀ ਕਰਕੇ ਦਿੱਤੀ ਹੈ, ਜਿਹੜੀ ਸਰਵੋਤਮ ਹੁੰਦੀ ਸੀ, ਹਰੇਕ ਉਹਨਾਂ ਕੋਲੇ ਜਾਂਦਾ ਸੀ। ਪਰ ਪਿਛਲੇ ਸਮੇਂ 'ਚ ਭਾਰਤ ਦੇ
ਨਿਗਾਹ ਹੇਠ ਇਹ ਸੰਸਥਾ ਨੂੰ ਖੁਰਖੁਰ ਇਹਨਾਂ ਨੂੰ ਖਤਮ ਕਰਤਾ। ਕਿਵੇਂ ਕੀਤਾ ਹੈ? ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੋਂ ਗੈਰ ਕੌਮੀ ਜਿਹੜੇ ਫੈਸਲੇ ਲਿੱਤੇ ਗਏ ਆ, ਜਿਵੇਂ ਕੱਥੂ ਨੰਗਲ ਦੇ ਵਿੱਚ ਵਿਦਾਂਤੀ ਸਾਹਿਬ ਨੇ ਕਿਹਾ ਸੀ ਕਿ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਰਤੇ ਮਾਨਤੇ, ਤੇ ਸਿੱਖਾਂ ਨੂੰ ਉੱਥੋਂ ਆਪਣੇ ਐਸਜੀਪੀਸੀ ਦੇ ਤੰਬੂ ਚੋਂ ਵੱਢ ਕੇ ਮਾਰ ਕੇ ਕੱਢਿਆ ਸੀ। ਉੱਥੋਂ ਸ਼ੁਰੂਆਤ, ਉਸ ਤੋਂ ਪਹਿਲਾਂ ਵੀ ਜਿਹੜੇ ਇਹਨਾਂ ਦੀ ਕੁੜੈਤਾਂ ਸੀਗੀਆਂ, ਫਿਰ ਜਾ ਕੇ ਰਾਮ ਰਹੀਮ ਦੇ ਫੈਸਲੇ 'ਚ 92 ਲੱਖ ਦੇ ਕੇ ਕਰੋੜ ਰੁਪਈਆ ਦਾ ਮਾਫੀਨਾਮਾ ਛਪਾ ਕੇ ਇਹਨਾਂ ਨੇ ਕੰਮ ਕੀਤਾ। ਫਿਰ 328 ਸਰੂਪਾਂ ਦੇ ਵਿੱਚ ਇਹਨਾਂ ਨੇ ਕੁਤਾਹੀ ਕਰਕੇ ਆਪਣੇ ਗੁਰੂ ਸਾਹਿਬ ਦੇ ਅਧੀਨ ਕੋਈ ਸਾਨੂੰ ਜਸਟਿਸ ਨਹੀਂ ਦਿੱਤੀ ਹੈਗੀ, ਭਾਲ ਨਹੀਂ ਕੀਤੀ, ਵਾਪਸ ਲਿਆਈ ਨਹੀਂ, ਉਹਦਾ ਵੇਰਵਾ ਨਹੀਂ ਦਿੱਤਾ। ਜਿਹੜੇ ਸੀਨੀਅਰ ਅਹੁਦੇਦਾਰ ਸੀ ਸੁਖਬੀਰ ਬਾਦਲ ਵਰਗੇ, ਉਹਨਾਂ ਨੂੰ ਇਹਦੇ ਸਕੰਜੇ 'ਚ ਨਹੀਂ ਲਿੱਤਾ। ਇਹਨਾਂ ਨੇ ਵਾਕਈ ਆਪਣੇ ਆਪ ਨੂੰ ਇੱਕ ਲਿਫਾਫੇ ਨੀਤੀ ਦੇ ਅਧੀਨ ਸੁਖਬੀਰ ਦੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੁੱਤਪੁਤਲੇ ਬਣ ਕੇ ਸਾਨੂੰ ਦਿਖਾਇਆ ਹੈਗਾ। ਇਹ ਹੁਣ ਕਿਹੜੇ ਸੰਸਥਾ ਦੇ ਨਾਲ ਆਪਾਂ ਨੇ ਅਕਾਲ ਤਖਤ ਸਾਹਿਬ ਬਣਾਉਣੇ ਆ, ਤੋਰਨੇ ਆ, ਔਰ ਇਹਨਾਂ ਦਾ ਰੋਲ ਐਸਜੀਪੀਸੀ ਦੇ ਵਿੱਚ ਕੀ ਹੋਣਾ ਚਾਹੀਦਾ, ਇਹਦੇ ਉੱਤੇ ਵੀ ਸਾਡੀ ਸਰਬੱਤ ਖਾਲਸੇ ਦੇ ਵਿੱਚ ਕੋਈ ਨਾ ਕੋਈ ਮਤਾ ਪੈਣਾ ਚਾਹੀਦਾ ਹੈਗਾ। ਹੁਣ ਜਿਹੜਾ ਸਾਡਾ ਸਿਸਟਮ ਐਸਜੀਪੀਸੀ ਦਾ ਹੈ, ਉਹ ਇੱਕ ਤਰ੍ਹਾਂ ਦਾ ਪਾਰਲੀਮੈਂਟਰੀ ਸਿਸਟਮ ਹੈ। ਉਹਦੇ ਵਿੱਚ ਜਿਹੜੇ ਹੀ ਸਾਡੀ ਐਸਜੀਪੀਸੀ ਚੁਣੀ ਜਾਂਦੇ ਆ, ਉਹਦੇ ਹੀ ਨੁਮਾਇੰਦੇ ਐਗਜ਼ੀਕਟਿਵ ਕਮੇਟੀ 'ਚ ਆ ਜਾਂਦੇ ਆ, ਉਹੀ ਐਗਜ਼ੀਕਟਿਵ ਬ੍ਰਾਂਚ ਬਣਾਉਂਦੇ ਹੈਗੇ ਆ। ਸਾਡੇ ਸਿੱਖ ਮਰਿਆਦਾ ਦੇ ਵਿੱਚ ਇਹੋ ਜਿਹਾ ਸਿਸਟਮ ਜਿਹੜਾ ਪਾਰਲੀਮੈਂਟਰੀ ਐਗਜ਼ੀਕਟਿਵ ਕਮੇਟੀ ਤੇ ਜਮਹੂਰੀਅਤ ਪਸੰਦ ਤਰੀਕੇ ਨਾਲ ਸੀਗਾ, ਇਹਦੇ ਉੱਤੇ ਆਪਾਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜਿਹੜੇ ਮਾਡਰਨ ਪੋਲੀਟੀਕਲ ਸਾਇੰਸ ਦੇ ਨਾਲ ਜਿਹੜੇ ਸਿਸਟਮ ਬਣੇ ਹੋਏ ਆ, ਜਿਸ ਤਰ੍ਹਾਂ ਇਹਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਆ ਜਾਂਦੀ ਹੈ, ਜਿਹਦੇ ਹਿੱਸੇ ਹੈਗੇ ਆ ਕਿ ਆਮ ਸੰਗਤ ਕੋਈ ਮਤਾ ਪਾ ਸਕਦੀ ਹੈ, ਉਹ ਮਤਾ ਪਾ ਕੇ ਜਿਹੜਾ ਸਾਡਾ ਹਾਊਸ ਹੈ ਉਹਦੇ ਉੱਤੇ ਵਿਚਾਰ ਕਰਕੇ ਉਹਨੂੰ ਲਾਗੂ ਕਰਨ ਤੇ ਮਜਬੂਰ ਕਰ ਸਕਦੀ ਹੈ, ਜਿਹਨੂੰ ਆਪਾਂ ਕਹਿੰਦੇ ਹੈਗੇ ਆ ਰੈਫਰੈਂਡਮ ਤੇ ਇਨੀਸ਼ੀਏਟਿਵ, ਤੇ ਉਹੀ ਉਹਦੇ ਨਾਲ ਦਾ ਮਿਲਦਾ ਹੈਗਾ ਰੈਫਰੈਂਡਮ। ਤੇ ਤੀਜਾ ਹਿੱਸਾ ਹੈਗਾ ਇਹਦਾ ਰਿਕਾਲ। ਜਿਵੇਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਜਦ ਰਾਮ ਰਹੀਮ ਨੂੰ ਮਾਫੀਨਾਮਾ ਦਿੱਤਾ, ਤਾਂ ਆਮ ਸੰਗਤ ਵੀ ਹਾਊਸ 'ਚ ਮਤਾ ਪਾ ਕੇ ਸਿਗਨੇਚਰ ਇਕੱਠੇ ਕਰਕੇ ਉਹਨੂੰ ਉਹਦੇ ਅਹੁਦੇ ਤੋਂ ਲਾ ਵੀ ਸਕਦੀ ਹੈਗੀ ਆ। ਇਹਦੇ ਬਹੁਤ ਫਾਇਦੇ ਹੈ, ਬਹੁਤ ਨੁਕਸਾਨ ਹੈ। ਜਿਹੜਾ ਫਾਇਦਾ ਇਹ ਹੈ ਕਿ ਸੰਗਤ ਹਮੇਸ਼ਾ ਆਪਣਾ ਮਤਦਾਨ ਗੁਰੂ ਸਾਹਿਬ ਦੇ ਘਰ ਦੇ ਵਿੱਚ ਪੇਸ਼ ਕਰੀ ਜਾਂਦੀ ਹੈ। ਜਿਹੜੇ ਨੁਕਸਾਨ ਹੈ ਕਿ ਇਹਦੇ ਵਿੱਚ ਕੋਈ ਟਿਕਾਊ ਕੰਮ ਕਰਨ ਵਾਸਤੇ ਸਾਨੂੰ ਉਹ ਓਟ ਆਸਰਾ ਆਪਣੇ ਕੰਮ ਕਰਨ ਦਾ ਨਹੀਂ ਮਿਲਦਾ। ਕਦੀ ਵੀ ਕੋਈ ਵੀ ਇਨੀਸ਼ੀਏਟਿਵ ਰੈਫਰੈਂਡਮ ਜਾਂ ਰਿਕਾਲ ਪਾ ਕੇ ਕਿਸੇ ਕੰਮ ਨੂੰ ਰੋਕ ਤੋੜ ਸਕਦਾ ਹੈਗਾ, ਮਤਲਬ ਸਮੂਥ ਫੰਕਸ਼ਨਿੰਗ ਇਹਦੇ ਨਾਲ ਨਹੀਂ ਹੁੰਦੀ ਹੈਗੀ। ਫਿਰ ਗੱਲ ਆ ਜਾਂਦੀ ਹੈ ਸੈਪਰੇਸ਼ਨ ਆਫ ਪਾਵਰਸ ਦੀ, ਕਿ ਅਕਾਲ ਤਖਤ ਸਾਹਿਬ ਆਲ ਇਨ ਆਲ ਸੁਪਰੀਮ ਹੋਣਗੇ, ਉਹਨਾਂ ਦੇ ਉੱਤੇ ਕੋਈ ਚੈੱਕ ਤੇ ਬੈਲੈਂਸ ਲੱਗਣੇ ਚਾਹੀਦੇ ਆ। ਅੱਜ ਦੇ ਦਿਨ 'ਚ ਜਿਹੜੀਆਂ ਮਾਡਰਨ ਜਮਹੂਰੀਅਤ ਸੰਸਥਾਵਾਂ ਹੈ, ਉਹ ਹਮੇਸ਼ਾ ਚੈੱਕ ਤੇ ਬੈਲੈਂਸ ਤੇ ਕੰਮ ਕਰਦੀਆਂ ਕਿ ਇੱਕ ਬੰਦੇ ਜਾਂ ਇੱਕ ਵਿਅਕਤੀ ਦੇ ਹੱਥ 'ਚ ਸਾਰੀ ਪਾਵਰ ਨਹੀਂ ਹੋਣੀ ਚਾਹੀਦੀ। ਅਮਰੀਕਾ ਦੇਖ ਲਓ, ਉਹਦੇ ਵਿੱਚ ਪ੍ਰੈਜ਼ੀਡੈਂਟ ਨੂੰ ਪੈਸੇ ਦੇ ਵਾਸਤੇ, ਜੰਗ ਦੇ ਵਾਸਤੇ ਆਪਣੀ ਕਾਂਗਰਸ ਕੋਲੇ ਜਾਣਾ ਪੈਂਦਾ ਹੈ, ਸੈਨੇਟ ਕੋਲੇ ਜਾਣਾ ਪੈਂਦਾ ਹੈਗਾ। ਉਹਨਾਂ ਦੀ ਆਗਿਆ ਬਿਨਾ ਨਹੀਂ ਉਹ ਚੱਲ ਸਕਦੇ ਹੈਗੇ। ਉਹਨਾਂ ਨੇ ਆਹ ਦੋ ਐਗਜ਼ੀਕਟਿਵ ਤੇ ਲੈਜਿਸਲੇਟਿਵ ਤੋਂ ਇਲਾਵਾ ਜੁਡੀਸ਼ਰੀ ਵੀ ਰੱਖਦੀ ਹੈ, ਜਿਸ ਦੀ ਪਾਵਰ ਹੁੰਦੀ ਹੈ ਰਿਵਿਊ ਕਰਨ ਨੂੰ ਕਿ ਅਸੀਂ ਦੇਖੀਏ ਕਿ ਇਹ ਸੰਵਿਧਾਨਿਕ ਤੌਰ ਤੇ ਠੀਕ ਗੱਲ ਹੈ ਕਿ ਨਹੀਂ। ਇਹਨਾਂ ਦੇ ਆਪਸ ਦੇ ਤਾਲਮੇਲ ਤੇ ਇਹਨਾਂ ਦੀ ਆਪਸ ਦੇ ਤਸਲ ਦੇ ਵਿੱਚ ਕੋਈ ਇੱਕ ਹਾਵੀ ਨਹੀਂ ਹੁੰਦਾ ਹੈਗਾ, ਔਰ ਜਿਹੜੀ ਗੁਰਸਿੱਖੀ ਤੁਰੀ ਹੋਈ ਹੈ ਉਹਦੀ ਤਬਦੀਲੀ ਇੰਨੀ ਛੇਤੀ ਨਹੀਂ ਹੋ ਸਕੂਗੀ। ਕੋਈ ਵੀ ਕਹਿ ਕੇ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕਦਾ ਹੈਗਾ। ਆਪਸ 'ਚ ਸਹਿਮਤੀ ਨਾਲ ਇਹ ਹੋ ਸਕੂਗਾ, ਤਾਂ ਕਿ ਅਸੀਂ ਵਾਰ-ਵਾਰ ਆਪਣਾ ਮਨ ਤੇ ਆਪਣੀ ਤਬੀਅਤ ਬਦਲਦੇ ਨਾ ਰਹੀਏ, ਐਕਚੁਅਲ 'ਚ ਕੰਮ ਹੁੰਦਾ ਰਹੇ ਔਰ ਕੋਈ ਵੀ ਆ ਕੇ ਉਸ 'ਚ ਵਿਗੜ ਨਾ ਪਾਣ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ, ਆਪਾਂ ਨੂੰ ਸਰਬੱਤ ਖਾਲਸੇ 'ਚ ਪਹਿਲਾਂ ਡਿਸਕਸ ਕਰਕੇ ਉੱਥੇ ਮਤਾ ਪਾਸ ਕਰਨਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਗੱਲ ਹੈ ਕਿ ਜਿਹੜਾ 1986 ਦੇ ਵਿੱਚ ਗੁਰੂ ਸਾਹਿਬਾਨ ਨੇ ਤੋਰੀ ਹੋਈ ਸਿੱਖੀ ਨੂੰ ਖਾਲਸਾ ਰੂਪ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਿਸਤਾਨ ਸਥਾਪਿਤ ਕੀਤਾ ਸੀ, ਉਸ ਤੋਂ ਬਾਅਦ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ, ਸਰ ਭਗੇਲ ਸਿੰਘ ਨੇ ਦਿੱਲੀ 'ਚ ਕੀਤਾ ਸੀਗਾ, ਉਹ ਕਿਵੇਂ ਮੁੜ ਸੁਰਜੀਤ ਕਰਨਾ ਹੈਗਾ, ਉਹਦੇ ਬਾਰੇ, ਆਪਣੇ ਆਜ਼ਾਦ ਹੋਂਦ ਬਾਰੇ, ਆਪਣੇ ਆਜ਼ਾਦ ਦੇਸ਼ ਵਾਸਤੇ ਇਸ ਸਰਬੱਤ ਖਾਲਸੇ 'ਚ ਆਪਾਂ ਨੂੰ ਮਤਾ ਜ਼ਰੂਰ ਪਾਣਾ ਚਾਹੀਦਾ ਹੈਗਾ। ਸੋ ਸਾਧ ਸੰਗਤ ਜੀ, ਇਹ ਕਦੋਂ ਤੇ ਕਿਵੇਂ ਹੋਣਾ ਹੈ ਤੇ ਕਿਹਦੇ ਅਧੀਨ ਹੋਣਾ ਚਾਹੀਦਾ ਹੈ?
ਮੈਂ ਨਹੀਂ ਸਮਝਦਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੈਗੇ ਆ ਮੌਜੂਦਾ ਐਕਟਿੰਗ ਜਥੇਦਾਰ ਬਾਦਲ ਦਲ ਦੇ, ਉਹਨਾਂ ਦੇ ਅਧੀਨ ਇਹ ਕੰਮ ਹੋ ਸਕੂਗਾ। ਮੈਂ ਸਮਝਦਾ ਹਾਂ ਕਿ ਇਹ ਜਿਹੜੀ ਧਿਰ ਹੈ, ਇਹਨਾਂ ਨੇ ਲਗਾਤਾਰ ਸੈਂਟਰ ਦੇ ਨਾਲ ਸਿੱਖੀ ਦੇ ਬਰਖਲਾਫ ਫੈਸਲੇ ਲਿੱਤੇ ਹੈ। ਇਹ ਅੱਜ ਤੱਕ ਆਪਣੇ 328 ਸਰੂਪਾਂ ਬਾਰੇ ਇਨਸਾਫ ਨਹੀਂ ਦਿਵਾ ਸਕੇ। ਇਹਨਾਂ ਦੇ ਮੈਂਬਰਾਂ ਨੇ ਜਾ ਕੇ ਐਨਐਸਏ ਯੂਆਪਾ ਦੇ ਪੱਖ ਦੇ ਵਿੱਚ ਪਾਰਲੀਮੈਂਟ ਤੇ ਆਪਣੀ ਵੋਟ ਪਾਈ ਹੈ। ਸਿੱਖਾਂ ਨੂੰ ਗੁਲਾਮ ਕਰਨ 'ਚ ਸਭ ਤੋਂ ਪਹਿਲ ਇਹਨਾਂ ਨੇ ਦਿਖਾਈ ਹੈਗੀ ਹੈ। ਬੀਜੇਪੀ ਨਾਲ ਭਾਈਵਾਲ ਬਣ ਕੇ ਇਹਨਾਂ ਨੇ ਜਿਹੜੀ ਆਰਐਸ ਦੀ ਸੋਚ ਹੈ ਉਹ ਸਾਡੇ ਘਰ ਵਿੱਚ ਲਿਆ ਕੇ ਸਾਡੇ ਉੱਤੇ ਲਾਗੂ ਕਰਤੀ ਹੈ। ਅੱਜ ਇਹ ਫੈਸਲੇ ਕਰਦੇ ਹੈਗੇ ਆ ਕਿ ਸਿੱਖਾਂ ਨੂੰ ਨੌਕਰ ਇਸ ਦੇਸ਼ ਦੇ ਬਣਨਾ ਚਾਹੀਦਾ ਹੈ, ਨਾ ਕਿ ਆਜ਼ਾਦ ਸੋਚ ਅਧੀਨ ਆਪਣਾ ਰਾਜ ਕਰਨਾ ਚਾਹੀਦਾ ਹੈਗਾ, ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਦਿੱਤੀ ਸੀਗੀ। ਸੋ ਜਿੱਥੇ ਤੱਕ ਮੇਰੀ ਗੱਲ ਹੈ, ਮੈਂ ਭਾਈ ਹਰਪ੍ਰੀਤ ਸਿੰਘ ਦੇ ਨਾਲ ਉਹਨਾਂ ਦੇ ਅਧੀਨ ਮੈਂ ਨਹੀਂ ਸਹਿਮਤ ਹੋ ਸਕਦਾ। ਜਿਸ ਬੰਦੇ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਸੁਮੇਧ ਸੈਣੀ ਪਾਲਿਆ, ਜਿਨ੍ਹਾਂ ਨੇ ਗੋਲੀਆਂ ਸਿੱਖ ਸੰਗਤ ਤੇ ਬਰਗਾੜੀ ਦੇ ਵਿੱਚ ਚਲਵਾਈਆਂ, ਜਿਨ੍ਹਾਂ ਨੇ ਜਾ ਕੇ ਸਾਡੇ ਗੁਰੂ ਘਰ ਦਾ ਪ੍ਰਚਾਰ ਦਾ ਸਾਧਨ ਸਾਰਾ ਲੁੱਟ ਕੇ ਪੀਟੀਵੀ 'ਚ ਪਾਤਾ, ਜਿਨ੍ਹਾਂ ਨੇ ਜਾ ਕੇ ਸਿਗਰਟਾਂ ਦੀ ਕੰਪਨੀ ਆਈਟੀਸੀ ਤੋਂ ਫੰਡ ਲਿੱਤੇ, ਜਿਨ੍ਹਾਂ ਨੇ ਜਾ ਕੇ ਗੁਰੂ ਘਰ ਦੀ ਲੁੱਟ ਕਰਕੇ ਆਪਦੇ ਨਿੱਜੀ ਜਿਹੜੇ ਸੀਏ ਸੀ ਉਹਨਾਂ ਨੂੰ 10 ਕਰੋੜ ਰੁਪਈਆ ਸਤਿੰਦਰਪਾਲ ਸਿੰਘ ਕੋਹਲੀ ਨੂੰ ਆਪਣੇ ਗੁਰੂ ਘਰ ਦੀ ਗੋਲਕ ਤੋਂ ਦਿੱਤਾ ਹੈਗਾ। ਇਹਨਾਂ ਦੀ ਜਿਹੜੀ ਕਾਰਜਕਾਰੀ ਇਸ ਅਧੀਨ ਰਹੀ ਹੈ, ਉਹ ਮੇਰਾ ਨਹੀਂ ਖਿਆਲ ਕੋਈ ਵੀ ਸਿੱਖ ਇਹਨਾਂ ਨੂੰ ਆਪਣਾ ਸਰਬੱਤ ਖਾਲਸੇ ਦਾ ਮੁਖੀ ਬਣਾ ਕੇ ਰਾਜੀ ਹੋਊਗਾ। ਸੋ ਗਿਆਨੀ ਹਰਪ੍ਰੀਤ ਸਿੰਘ ਨਾਲ ਮੈਂ ਸਮਝਦਾ ਹਾਂ ਕਿ ਇਹ ਸਰਬੱਤ ਖਾਲਸਾ ਨਹੀਂ ਚੱਲ ਸਕਦਾ ਹੈਗਾ। ਆਪਾਂ ਨੂੰ ਜਿਹੜੇ ਹੋਰ ਸਾਡੇ ਜਥੇਦਾਰ ਹੈ ਉਹਨਾਂ ਦੇ ਨਾਲ ਤੇ ਪਹਿਲਾਂ ਏਜੰਡਾ ਤੈਅ ਕਰਕੇ ਫੇਰ ਸੱਦਣਾ ਚਾਹੀਦਾ ਹੈਗਾ। ਮੈਂ ਬੇਨਤੀ ਕਰਦਾ ਕਿ ਜੇ ਆਪਾਂ ਇਤਿਹਾਸਿਕ ਤੌਰ ਤੇ ਦੇਖੀਏ ਤਾਂ ਹੁਣ 1984 ਨੂੰ 2024 ਦੇ ਵਿੱਚ ਫੇਰ 40 ਸਾਲ ਹੋ ਜਾਣੇ ਆ। ਇਸ ਕੌਮ ਨੇ ਉਹ 40 ਸਾਲਾਂ ਦੇ ਵਿੱਚ ਭਾਰਤ ਦੇਸ਼ ਨੇ ਸਾਡੇ ਨਾਲ ਕਿੰਨੇ ਜ਼ੁਲਮ ਕੀਤੇ, ਕਿਵੇਂ ਉਹਨਾਂ ਨੇ ਬੇਇਨਸਾਫੀ ਨਾਲ ਕਿਸੇ ਵੀ ਸਾਡੇ ਘਾਤਕ ਬੰਦੇ ਨੂੰ ਕਚਹਿਰੀਆਂ 'ਚ ਨਹੀਂ ਖੜਾਇਆ, ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਕਿਵੇਂ ਸਾਡੀ ਲਗਾਤਾਰ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਆਏ ਆ, ਕਿਸ ਰੂਪ 'ਚ ਉਹਨਾਂ ਨੇ ਅਫਸਰਸ਼ਾਹੀ ਵਰਤ ਕੇ ਸਾਡੇ ਉੱਤੇ ਉਹ ਜਿਹੜੇ ਸਾਡੇ ਮਾਨਸਿਕ ਹੱਕ ਹੈਗੇ ਆ ਉਹਨਾਂ ਦੀ ਉਲੰਘਣਾ ਕਰਦੇ ਹੋਏ ਐਨਐਸਏ ਯੂਆਪਾ ਡਿਸਟਰਬਡ ਏਰੀਆ ਐਕਟ, ਆਰਮਡ ਫੋਰਸਿਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਘੱਟ ਗਿਣਤੀਆਂ ਦੇ ਉੱਤੇ ਲਾਗੂ ਕਰਕੇ ਜੋ ਉਹਨਾਂ ਨੇ ਸਾਡਾ ਘਾਣ ਕੀਤਾ, ਉਹ 40 ਸਾਲਾਂ ਦੇ ਵਿੱਚ ਸਾਨੂੰ ਵਾਈਟ ਪੇਪਰ ਜਾਰੀ ਕਰਕੇ ਉਹ ਵੀ ਰਿਲੀਜ਼ ਸਾਨੂੰ ਕਰਨਾ ਚਾਹੀਦਾ ਹੈਗਾ। ਸਰਬੱਤ ਖਾਲਸੇ ਦੇ ਵਿੱਚ ਇਹ ਸਾਰੀ ਕੰਪੀਲੇਸ਼ਨ ਕਰਕੇ ਇਹਦਾ ਕੋਈ ਸੋਚ ਬਣਾ ਕੇ ਇਹਦੇ ਉੱਤੇ ਹਰੇਕ ਨੂੰ ਸ਼ਾਮਲ ਕਰਕੇ ਇਹਦਾ ਕੰਮ ਹੋਣਾ ਚਾਹੀਦਾ ਹੈ, ਜਿਸ ਵਾਸਤੇ ਆਪਾਂ ਨੂੰ ਇਕਮੁੱਠ ਹੋ ਕੇ ਇਹਦਾ ਏਜੰਡਾ ਤੇ ਇਹਦੀਆਂ ਮਤੇ ਹੁਣ ਤੋਂ ਸ਼ੁਰੂ ਕਰਨੇ ਚਾਹੀਦੇ ਆ। ਪਰ ਗਿਆਨੀ ਹਰਪ੍ਰੀਤ ਸਿੰਘ ਨਾਲ ਨਹੀਂ ਇਹ ਅਸੀਂ ਕਰ ਸਕਦੇ ਹੈਗੇ, ਆਪਾਂ ਨੂੰ ਆਪਣੇ ਤੌਰ ਤੇ ਇਹ ਕਰਨਾ ਪੈਣਾ। ਇਹ ਬਹੁਤ ਵਧੀਆ ਸੁਝਾਅ ਹੈ। 40 ਸਾਲਾਂ ਦਾ ਲੇਖਾ ਜੋਖਾ ਤੇ ਪੰਥ ਦੀ ਮੌਜੂਦਾ ਸਥਿਤੀ ਦੇ ਉੱਤੇ ਆਪਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ। ਜਿਹੜੇ ਸਾਡੇ ਉੱਤੇ ਕਾਨੂੰਨ ਲਾਗੂ ਕੀਤੇ ਆ ਮੇਰੇ ਕੋਲ ਸਰ ਸਿਮਰਨਜੀਤ ਸਿੰਘ ਮਾਨ ਦੇ ਅਰੈਸਟ ਦੇ ਜਿਹੜੀ ਕੰਪਾਈਲੇਸ਼ਨ ਹੈ ਸਿਰਫ ਇਹ ਜਾਂਦੀ ਹੈ 1995 ਤਾਈਂ। 34 ਵਾਰੀ ਇਹਨਾਂ ਦੇ ਉੱਤੇ ਟਾਡਾ ਹੋਰ ਸਾਰੇ ਕੇਸ ਲਾ ਚੁੱਕੇ ਆ। ਧਾਰਾ 124 ਇਹ ਸੈਡੀਸ਼ਨ ਦੀ ਜਿਹੜੀ ਇਹਨਾਂ ਦੇ ਹੁੰਦੇ ਖਤਮ ਵੀ ਹੋ ਗਈ, ਉਹ ਵੀ ਇਹਨਾਂ ਤੇ ਲੱਗ ਚੁੱਕੀ ਹੈ। ਇਹਨਾਂ ਨੂੰ ਸਾਲਾਂ ਲਈ ਅੰਦਰ ਰੱਖਿਆ ਹੈਗਾ। ਮੈਂ ਸਮਝਦਾ ਹਾਂ ਕਿ ਆਪਾਂ ਨੇ ਇਹ ਸਾਰੇ ਨੂੰ ਇਕੱਠਾ ਕਰਕੇ ਇਸ ਸਰਬੱਤ ਖਾਲਸੇ ਦੇ ਵਿੱਚ ਪਾਉਣਾ ਚਾਹੀਦਾ ਹੈ। ਆਪਣੀ ਬਣਤਰ ਕੀ ਹੋਣੀ ਚਾਹੀਦੀ ਹੈ, ਆਪਣੇ ਨਾਲ ਬੀਤੀ ਕੀ ਹੈ, ਸਾਡਾ ਇਤਿਹਾਸ ਕੀ ਹੈ, ਇਹ ਸਾਰਾ ਸਰਬੱਤ ਖਾਲਸੇ ਦਾ ਹਿੱਸਾ ਹੋ ਕੇ ਆਪਾਂ ਨੂੰ ਆਪਣੀ ਮੁੜ ਕੌਮੀ ਜਮਹੂਰੀਅਤ ਜਾਗਰੂਕ ਕਿਵੇਂ ਕਰਨੀ ਹੈ, ਕਿਸ ਰੂਪ 'ਚ ਕਰਨੀ ਹੈ, ਕਿਹੋ ਜਿਹਾ ਢਾਂਚਾ ਆਪਾਂ ਨੇ ਤੋਰਨਾ ਹੈਗਾ। ਡਿਜੀਟਲ ਏਜ ਹੈ, ਸਾਡਾ ਮੀਡੀਆ ਪ੍ਰੈਜ਼ੈਂਸ ਕਿਵੇਂ ਹੋਣਾ ਚਾਹੀਦਾ ਹੈ, ਐਸਜੀਪੀਸੀ ਤੇ ਉਹਦੀ ਦੇਖ ਰੇਖ ਆਪਾਂ ਸਮੂਹ ਸਿੱਖ ਜਗਤ ਦੇ ਵਿੱਚ ਬਾਹਰਲੇ ਦੇਸ਼ਾਂ 'ਚ ਜਿੱਥੇ ਸਿੱਖ ਵਸਨੀਕ ਹੈ ਉਹਨਾਂ ਨੂੰ ਕਿਵੇਂ ਜੋੜ ਕੇ ਇੱਕ ਕੌਮ ਬਣਾ ਕੇ ਇੱਕ ਸਾਡਾ ਇਕੱਠਾ ਫੈਸਲਾ ਕਿਵੇਂ ਲਿੱਤਾ ਜਾ ਸਕਦਾ ਹੈ। ਡਿਜੀਟਲ ਏਜ 'ਚ ਅਸੀਂ ਆਪਣਾ ਕੋਈ VOTING ਸਿਸਟਮ ਪੈਦਾ ਕਰੀਏ ਜਿਹਦੇ ਵਿੱਚ ਅਸੀਂ ਬਲੌਕਚੇਨ ਵਰਤੀਏ, ਅਸੀਂ ਆਪਣੀ ਸੋਸ਼ਲ ਸਰਵਿਸਿਜ਼ ਦੇ ਉੱਤੇ ਵਿਚਾਰ ਕਰੀਏ, ਕਿਵੇਂ ਆਪਾਂ ਗੁਰਦੁਆਰਿਆਂ ਦੇ ਵਿੱਚ ਹਸਪਤਾਲ, ਸਕੂਲ, PT ਫਿਜ਼ੀਕਲ ਟ੍ਰੇਨਿੰਗ ਆਪਣੇ ਸਰੀਰ ਨੂੰ ਸੰਭਾਲਣ ਵਾਸਤੇ
ਉੱਥੇ ਐਕਸਰਸਾਈਜ਼ ਦੇ ਸਾਧਨ, ਉੱਥੇ ਫਿਜ਼ੀਓਥੈਰੇਪੀ, ਉੱਥੇ ਟੈਲੀਮੈਡੀਸਿਨ ਰਾਹੀਂ ਜਿਹੜੇ ਆਪਾਂ ਆਪਣੇ ਬੱਚਿਆਂ, ਆਪਣੇ ਬੀਬੀਆਂ, ਆਪਣੇ ਬਜ਼ੁਰਗਾਂ ਦੀ ਦੇਖ-ਰੇਖ ਕਰ ਸਕਦੇ ਹਾਂ। ਉਹ ਸਾਰਾ ਆਪਾਂ ਇੱਕ ਸਿਸਟਮ ਬਣਾ ਕੇ ਇੱਕ ਇਹੋ ਜਿਹਾ ਇਕੱਠ ਕਰੀਏ ਸਿੱਖਾਂ ਦਾ, ਜਿਹਦੇ ਵਿੱਚ ਸਰਬੱਤ ਦੇ ਭਲੇ ਦੀ ਮਾਨਸ ਕੀ ਜਾਤ ਸਭੀ ਹੈ ਏਕ, ਗੁਰੂ ਸਾਹਿਬਾਨਾਂ ਦੀ ਸੋਚ ਤੇ ਬਾਣੀ ਨੂੰ ਅਸਲ ਰੂਪ ਦੇ ਵਿੱਚ ਆਪਾਂ ਇਸ ਜਗਤ ਦੇ ਵਿੱਚ ਉਹਨਾਂ ਦੀ ਸੋਚ ਦੀ ਤੋਰੀਏ। ਸੋ ਸਰਬੱਤ ਖਾਲਸਾ ਕਰਨਾ ਹੀ ਕਰਨਾ ਹੈ, ਪਰ ਬਿਨਾਂ ਆਪਣੇ ਏਜੰਡੇ ਦੇ, ਬਿਨਾਂ ਕੋਈ ਜ਼ਿੰਮੇਵਾਰ ਸਿੱਖ ਮੁਖੀ ਦੇ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਇਸ ਦੇ ਵਿੱਚ ਉਹ ਮੁੱਦੇ ਚੁੱਕੇ ਜਾਣ ਜਿਹੜੇ ਕਿ ਬਹੁਤ ਹੀ ਗੰਭੀਰ ਮੁੱਦੇ ਨੇ। ਸਰਬੱਤ ਖਾਲਸਾ ਸੱਦਿਆ ਜਾਵੇ, ਜਿਹਦੇ ਵਿੱਚ ਬੇਅਦਬੀ ਦਾ ਮੁੱਦਾ, ਬਰਗਾੜੀ ਦਾ ਮੁੱਦਾ ਅਤੇ ਹੋਰ ਸਿੱਖਾਂ ਨਾਲ ਸੰਬੰਧਿਤ ਮੁੱਦੇ